ਪਿਆਰੇ ਵਿਦਿਆਰਥੀਓ, ਸਾਡੀ ਪੰਜਾਬੀ ਪਾਠਮਾਲਾ ਦਾ ਪਹਿਲਾ ਪਾਠ ਮਾਂ ਬੋਲੀ, ਜੋ ਕਿ ਕਵਿਤਾ ਦੇ ਰੂਪ ਵਿੱਚ ਹੈ, ਉਸ ਨੂੰ ਅਸੀਂ ਪੜ੍ਹਨ ਜਾ ਰਹੇ ਹਾਂ। ਤੁਸੀਂ ਇਸ ਨੂੰ ਧਿਆਨ ਨਾਲ ਸੁਣਨਾ ਹੈ ਅਤੇ ਸਮਝਣਾ ਹੈ। ਇਸ ਵਿੱਚ ਕਵੀ ਨੇ ਮਾਂ ਬੋਲੀ ਕਵਿਤਾ ਵਿੱਚ ਉਹਨਾਂ ਨੇ ਬੱਚਿਆਂ ਦੇ ਮਨਾਂ ਵਿੱਚ, ਉਹਨਾਂ ਦੇ ਦਿਲ ਵਿੱਚ ਆਪਣੀ ਮਾਂ ਬੋਲੀ, ਪੰਜਾਬੀ ਮਾਂ ਬੋਲੀ ਦੇ ਪ੍ਰਤੀ ਪਿਆਰ ਪੈਦਾ ਕੀਤਾ ਹੈ, ਸਤਿਕਾਰ ਪੈਦਾ ਕੀਤਾ ਹੈ ਅਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇਸ ਦਾ ਮਾਣ ਵਧਾਉਣਾ ਚਾਹੀਦਾ ਹੈ। ਸੋ ਆਓ ਅਸੀਂ ਇਸ ਨੂੰ ਪੜ੍ਹੀਏ। ਅਸੀਂ ਹਾਂ ਨੰਨੇ ਫੁੱਲ ਗੁਲਾਬੀ, ਮਾਂ ਬੋਲੀ ਸਾਡੀ ਪੰਜਾਬੀ। ਨੰਨੇ ਫੁੱਲ ਗੁਲਾਬੀ ਕਿਹਨਾਂ ਨੂੰ ਕਿਹਾ ਗਿਆ ਹੈ? ਛੋਟੇ ਛੋਟੇ ਬੱਚਿਆਂ ਨੂੰ, ਤੁਹਾਡੇ ਵਰਗੇ ਛੋਟੇ ਬੱਚਿਆਂ ਨੂੰ। ਕਹਿੰਦੇ ਅਸੀਂ ਛੋਟੇ ਛੋਟੇ ਗੁਲਾਬ ਦੇ ਫੁੱਲਾਂ ਵਰਗੇ ਫੁੱਲ ਹਾਂ। ਸਾਡੀ ਬੋਲੀ ਕਿਹੜੀ ਹੈ? ਪੰਜਾਬੀ। ਮਾਂ ਬੋਲੀ ਕਿਸ ਨੂੰ ਕਿਹਾ ਜਾਂਦਾ ਹੈ? ਜੋ ਬੋਲੀ ਬੱਚਾ ਆਪਣੇ ਘਰ ਵਿੱਚ, ਆਪਣੇ ਪਰਿਵਾਰ ਵਿੱਚ ਬੋਲਦਾ ਹੈ, ਜੋ ਬੋਲੀ ਉਹ ਸਭ ਤੋਂ ਪਹਿਲਾਂ ਬੋਲਦਾ ਹੈ, ਉਸਨੂੰ ਮਾਂ ਬੋਲੀ ਕਿਹਾ ਜਾਂਦਾ ਹੈ। ਔਰ ਅਸੀਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਕੀ ਬੋਲਦੇ ਹਾਂ ਆਪਣੇ ਘਰਾਂ ਵਿੱਚ? ਪੰਜਾਬੀ। ਸੋ ਕਹਿੰਦਾ, ਕਵੀ ਕਹਿੰਦੇ ਨੇ ਕਿ ਅਸੀਂ ਹਾਂ ਨੰਨੇ ਫੁੱਲ ਗੁਲਾਬੀ, ਅਸੀਂ ਛੋਟੇ ਛੋਟੇ ਫੁੱਲਾਂ, ਗੁਲਾਬ ਦੇ ਫੁੱਲਾਂ ਵਰਗੇ ਹਾਂ। ਸਾਡੀ ਮਾਂ ਬੋਲੀ ਪੰਜਾਬੀ ਹੈ। ਹਰ ਵੇਲੇ ਜਸ ਇਹਦਾ ਗਾਈਏ, ਜੱਗ ਵਿੱਚ ਇਸ ਦਾ ਮਾਣ ਵਧਾਈਏ। ਜਸ ਤੋਂ ਭਾਵ ਹੈ ਵਡਿਆਈ, ਪ੍ਰਸ਼ੰਸਾ। ਕਹਿੰਦੇ ਹਰ ਵੇਲੇ ਸਾਨੂੰ ਇਸ ਦੀ ਪ੍ਰਸ਼ੰਸਾ ਕਰਦੇ ਰਹਿਣਾ ਚਾਹੀਦਾ ਹੈ। ਅਤੇ ਜੱਗ, ਜੱਗ ਤੋਂ ਭਾਵ ਹੈ ਸੰਸਾਰ ਜਾਂ ਦੁਨੀਆ, ਦੁਨੀਆ ਵਿੱਚ ਇਸ ਦਾ ਮਾਣ ਵਧਾਉਣਾ ਚਾਹੀਦਾ ਹੈ, ਸਤਿਕਾਰ ਵਧਾਉਣਾ ਚਾਹੀਦਾ ਹੈ। ਮਾਂ ਬੋਲੀ ਵਿੱਚ ਦਾਦੀ ਗਾਉਂਦੀ, ਰਾਤੀ ਸਾਨੂੰ ਬਾਤ ਸੁਣਾਉਂਦੀ। ਪੰਜਾਬੀ ਵਿੱਚ ਦਾਦੀ ਕੁਛ ਨਾ ਕੁਛ ਗਾਉਂਦੇ ਰਹਿੰਦੇ ਹਨ। ਪੁਰਾਣੇ ਬਜ਼ੁਰਗ ਜੋ ਹੁੰਦੇ ਸਨ, ਉਹ ਕੰਮ ਕਰਦੇ ਕਰਦੇ ਕੁਛ ਨਾ ਕੁਛ ਗੁਣਗੁਣਾਉਂਦੇ ਰਹਿੰਦੇ ਸਨ। ਜਾਂ ਉਹ ਲੋਕ ਗੀਤ ਸਨ ਜਾਂ ਕੋਈ ਟੱਪੇ ਸਨ। ਉਹ ਕੁਛ ਨਾ ਕੁਛ ਕੰਮ ਕਰਦੇ ਬਜ਼ੁਰਗ ਔਰਤਾਂ ਕੁਛ ਨਾ ਕੁਛ ਗੁਣਗੁਣਾਉਂਦੀਆਂ ਰਹਿੰਦੀਆਂ ਸਨ। ਸੋ ਕਹਿੰਦੇ ਮਾਂ ਬੋਲੀ ਵਿੱਚ ਦਾਦੀ ਗਾਉਂਦੀ, ਦਾਦੀ ਪੰਜਾਬੀ ਵਿੱਚ ਕੁਛ ਨਾ ਕੁਛ ਗਾਉਂਦੇ ਰਹਿੰਦੇ ਨੇ। ਰਾਤੀ ਸਾਨੂੰ ਬਾਤ ਸੁਣਾਉਂਦੀ, ਬਾਤ ਤੋਂ ਭਾਵ ਹੈ ਕਹਾਣੀ, ਅਤੇ ਰਾਤ ਨੂੰ ਦਾਦੀ ਸਾਨੂੰ ਕਹਾਣੀਆਂ ਸੁਣਾਉਂਦੇ ਨੇ। ਪੁਰਾਣੇ ਸਮੇਂ ਵਿੱਚ ਜਾਂ ਹੁਣ ਤੋਂ ਕੁਛ ਸਾਲ ਪਹਿਲਾਂ ਦੀ ਗੱਲ ਕਹਿ ਲਓ ਤਾਂ ਜੋ ਬੱਚੇ ਸਨ ਉਹ ਆਪਣੇ ਦਾਦਾ ਦਾਦੀ ਜੀ ਕੋਲ ਰਾਤ ਨੂੰ ਜਾਂਦੇ ਸਨ ਔਰ ਕਹਿੰਦੇ ਸਨ ਕਿ ਸਾਨੂੰ ਕਹਾਣੀ ਸੁਣਾਓ, ਅਸੀਂ ਫਿਰ ਹੀ ਸੋਵਾਂਗੇ। ਬਾਤਾਂ ਸੁਣਦੇ ਅੱਖ ਨਾ ਲਾਈਏ, ਜੱਗ ਵਿੱਚ ਇਸ ਦਾ ਮਾਣ ਵਧਾਈਏ। ਬਾਤਾਂ ਸੁਣਦੇ ਸੁਣਦੇ ਅਸੀਂ ਇੰਨਾ ਕੁ ਇਹਦੇ ਵਿੱਚ ਖੁੱਭ ਜਾਂਦੇ ਹਾਂ, ਇੰਨੀ ਮਿੱਠੀ ਹੈ ਪੰਜਾਬੀ ਬੋਲੀ, ਇੰਨਾ ਸਵਾਦ ਆਉਂਦਾ ਹੈ ਕਹਾਣੀਆਂ ਸੁਣਨ ਦਾ ਕਿ ਸਾਨੂੰ ਨੀਂਦ ਹੀ ਨਹੀਂ ਆਉਂਦੀ, ਅਸੀਂ ਅੱਖ ਲਾਉਂਦੇ ਹੀ ਨਹੀਂ। ਅਤੇ ਜੱਗ ਵਿੱਚ ਆਓ ਅਸੀਂ ਇਸ ਦਾ ਮਾਣ ਵਧਾਈਏ, ਇਸ ਦਾ ਸਤਿਕਾਰ ਵਧਾਈਏ। ਇੰਨੀ ਨਿਆਰੀ ਬੋਲੀ ਹੈ ਸਾਡੀ ਕਿ ਇਸ ਨੂੰ ਸੁਣਦੇ ਸਾਨੂੰ ਨੀਂਦ ਵੀ ਨਹੀਂ ਆਉਂਦੀ। ਸਾਡਾ ਜੀਅ ਕਰਦਾ ਹੈ ਕਿ ਇੱਕ ਕਹਾਣੀ ਤੋਂ ਬਾਅਦ ਦੂਸਰੀ ਫਿਰ ਸੁਣਾਈ ਜਾਵੇ, ਫਿਰ ਦੂਸਰੀ ਸੁਣਾਈ ਜਾਵੇ। ਆਓ ਅਸੀਂ ਇਸ ਦਾ ਸਤਿਕਾਰ ਕਰੀਏ। ਮਾਂ ਬੋਲੀ ਜਿੰਦ ਜਾਨ ਅਸਾਡੀ, ਹੈ ਪੰਜਾਬੀ ਸ਼ਾਨ ਅਸਾਡੀ। ਜੋ ਪੰਜਾਬੀ ਬੋਲੀ ਮਾਂ ਬੋਲੀ ਹੈ, ਇਹ ਸਾਡੀ ਜਿੰਦ ਹੈ, ਸਾਡੀ ਜਾਨ ਹੈ, ਅਨਿੱਖੜਵਾਂ ਅੰਗ ਹੈ ਸਾਡਾ, ਇਹ ਸਾਡੀ ਸ਼ਾਨ ਹੈ। ਇਸ ਤੋਂ ਜਿੰਦੜੀ ਘੋਲ ਘੁਮਾਈਏ, ਜੱਗ ਵਿੱਚ ਇਸ ਦਾ ਮਾਣ ਵਧਾਈਏ। ਜਿੰਦੜੀ ਤੋਂ ਭਾਵ ਹੈ ਜੀਵਨ, ਘੋਲ ਘੁਮਾਈਏ ਤੋਂ ਭਾਵ ਹੈ ਕੁਰਬਾਨ ਕਰ ਦਈਏ। ਅਸੀਂ ਇਸ ਤੋਂ ਆਪਣੀ ਜਿੰਦੜੀ ਜੋ ਹੈ ਉਹ ਕੁਰਬਾਨ ਕਰਦੇ ਹਾਂ। ਜੱਗ ਵਿੱਚ ਅਸੀਂ ਫਿਰ ਇਸ ਦਾ, ਜਹਾਨ ਵਿੱਚ, ਇਸ ਦੁਨੀਆ ਵਿੱਚ ਇਸ ਦਾ ਮਾਣ ਵਧਾਉਣ ਲਈ ਅਸੀਂ ਇਸ ਤੋਂ ਆਪਣੀ ਜਿੰਦੜੀ ਕੁਰਬਾਨ ਵੀ ਕਰ ਸਕਦੇ ਹਾਂ। ਇਹਦੇ ਵਿੱਚ ਮਾਂ ਦੇਵੇ ਲੋਰੀ, ਲੋਰੀ, ਲੋਰੀ ਤੋਂ ਕੀ ਭਾਵ ਹੈ? ਜਦੋਂ ਬੱਚਾ ਰਾਤ ਨੂੰ ਨਾ ਸੋਵੇ ਤਾਂ ਮਾਂ ਉਸ ਨੂੰ ਸਵਾਉਣ ਦੇ ਲਈ ਉਸਦੇ ਸਿਰ 'ਤੇ ਹੱਥ ਪਲੋਸਦੀ ਹੈ ਅਤੇ ਉਸ ਨੂੰ ਨਾਲ ਕੋਈ ਮਿੱਠਾ ਜਿਹਾ ਗੀਤ ਸੁਣਾਉਂਦੀ ਹੈ। ਔਰ ਪੰਜਾਬੀ ਵਿੱਚ ਲੋਕ ਗੀਤ ਜੋ ਗਾਇਆ ਜਾਂਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਲੋਰੀ, ਮਾਂ ਲੋਰੀ ਸੁਣਾ ਰਹੀ ਹੈ। ਪੰਜਾਬੀ ਵਿੱਚ ਮਾਂ ਦੇਵੇ ਲੋਰੀ, ਮਾਂ ਪੰਜਾਬੀ ਵਿੱਚ ਮੈਨੂੰ ਲੋਰੀ ਸੁਣਾਉਂਦੀ ਹੈ। ਇਹ ਹੈ ਮਿੱਠੀ ਦੁੱਧ ਕਟੋਰੀ। ਅਤੇ ਉਹ ਲੋਰੀ ਕਿਵੇਂ ਲੱਗਦੀ ਹੈ? ਉਹ ਲੋਰੀ ਮੈਨੂੰ ਦੁੱਧ ਦੀ ਇੱਕ ਕੌਲੀ ਵਰਗੀ ਲੱਗਦੀ ਹੈ। ਕਿਹੜੇ ਦੁੱਧ ਦੀ? ਉਹ ਦੁੱਧ ਜੋ ਮਾਂ ਆਪਣੇ ਬੱਚੇ ਨੂੰ ਸੌਣ ਤੋਂ ਪਹਿਲਾਂ ਇੱਕ ਦੁੱਧ ਦੀ ਕੌਲੀ ਦਿੰਦੀ ਹੈ ਤਾਂ ਕਿ ਉਸਨੂੰ ਚੰਗੀ ਨੀਂਦ ਆ ਜਾਵੇ। ਇਸੇ ਤਰ੍ਹਾਂ ਦੀ ਮੈਨੂੰ ਉਹ ਲੋਰੀ ਲੱਗ ਰਹੀ ਹੈ।
ਕਿ ਇਹ ਲੋਰੀ ਕਿਹੋ ਜਿਹੀ ਹੈ, ਮਿੱਠੇ ਦੁੱਧ ਦੀ ਕੌਲੀ ਵਰਗੀ। ਕਟੋਰੀ ਤੋਂ ਭਾਵ ਹੈ ਕੌਲੀ, ਜੋ ਕਿ ਅਸੀਂ ਆਪਣੀ ਰਸੋਈ ਦੇ ਬਰਤਨਾਂ ਵਿੱਚ ਵਰਤਦੇ ਹਾਂ। ਸੋ ਇੱਥੇ ਕਵੀ ਨੇ ਕਿੰਨਾ ਪਿਆਰਾ ਮੇਲ ਕੀਤਾ ਹੈ ਕਿ ਇਹਦੇ ਵਿੱਚ ਮਾਂ ਦੇਵੇ ਲੋਰੀ, ਇਹ ਹੈ ਮਿੱਠੀ ਦੁੱਧ ਕਟੋਰੀ। ਕਿ ਪੰਜਾਬੀ ਵਿੱਚ ਜਦੋਂ ਮਾਂ ਮੈਨੂੰ ਲੋਰੀ ਦਿੰਦੀ ਹੈ ਅਤੇ ਮੈਨੂੰ ਇੰਨਾ ਸਵਾਦ ਆਉਂਦਾ ਹੈ ਕਿ ਮੈਨੂੰ ਮਿੱਠੇ ਦੁੱਧ ਦੀ ਕੌਲੀ ਵਾਂਗ ਲੱਗਦੀ ਹੈ। ਸੁਣ ਕੇ ਗੂੜੀ ਨੀਂਦ ਸੌਂ ਜਾਈਏ, ਜੱਗ ਵਿੱਚ ਇਸ ਦਾ ਮਾਣ ਵਧਾਈਏ। ਜਦੋਂ ਅਸੀਂ ਇਸ ਨੂੰ ਸੁਣਦੇ ਹਾਂ ਅਤੇ ਇਸ ਨੂੰ ਸੁਣਨ ਤੋਂ ਬਾਅਦ ਗੂੜੀ ਤੋਂ ਭਾਵ ਹੈ ਗਹਿਰੀ ਨੀਂਦ ਆਉਂਦੀ ਹੈ। ਆਓ ਅਸੀਂ ਇਸ ਨੂੰ ਸੁਣ ਕੇ ਗੂੜੀ ਨੀਂਦ ਵਿੱਚ ਸੋਈਏ ਅਤੇ ਜੱਗ ਵਿੱਚ ਇਸ ਦਾ ਸਤਿਕਾਰ ਵਧਾਈਏ, ਆਦਰ ਵਧਾਈਏ। ਜਿਸ ਤਰ੍ਹਾਂ ਇੱਕ ਬੱਚੇ ਨੂੰ ਦੁੱਧ ਪੀਣ ਤੋਂ ਬਾਅਦ ਚੈਨ ਦੀ ਨੀਂਦ ਆਉਂਦੀ ਹੈ, ਖੁਸ਼ੀ ਵਾਲੀ ਨੀਂਦ ਆਉਂਦੀ ਹੈ, ਉਸੇ ਤਰ੍ਹਾਂ ਉਹ ਕਹਿੰਦੇ ਕਿ ਇਹ ਲੋਰੀ ਜੋ ਹੈ ਪੰਜਾਬੀ ਵਾਲੀ, ਇਹ ਸੁਣ ਕੇ ਗੂੜੀ ਨੀਂਦ ਸੌਂ ਜਾਈਏ। ਅਸੀਂ ਆਰਾਮ ਦੀ ਨੀਂਦ, ਗਹਿਰੀ ਨੀਂਦ ਸੋਈਏ ਅਤੇ ਜੱਗ ਵਿੱਚ ਇਸ ਦਾ ਸਤਿਕਾਰ ਵਧਾਈਏ। ਮਾਂ ਬੋਲੀ ਸਾਨੂੰ ਜਾਨੋਂ ਪਿਆਰੀ, ਇਹਨੇ ਪੁਸਤਕ ਮੇਰੀ ਸ਼ਿੰਗਾਰੀ। ਕਹਿੰਦੇ ਮਾਂ ਬੋਲੀ ਜੋ ਪੰਜਾਬੀ ਬੋਲੀ ਹੈ, ਇਹ ਸਾਨੂੰ ਆਪਣੀ ਜਾਨ ਨਾਲੋਂ ਵੀ ਵੱਧ ਕੇ ਪਿਆਰੀ ਹੈ। ਇਸ ਨੇ ਮੇਰੀ ਕਿਤਾਬ ਨੂੰ ਵੀ ਸ਼ਿੰਗਾਰਿਆ ਹੈ ਮਤਲਬ ਸਜਾਇਆ ਹੈ। ਕਿਸ ਤਰ੍ਹਾਂ ਇਸ ਦੇ ਸੋਹਣੇ ਸੋਹਣੇ ਅੱਖਰ ਜੋ ਹਨ ਉਹ ਮੈਨੂੰ ਪੂਰਾ ਇਸ ਦਾ ਸਜਾਵਟ ਦਾ ਸਮਾਨ ਲੱਗਦੇ ਹਨ ਅਤੇ ਇਹਨੇ ਮੇਰੀ ਕਿਤਾਬ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ ਹੈ। ਮਾਂ ਬੋਲੀ ਵਿੱਚ ਕਵਿਤਾ ਗਾਈਏ, ਜੱਗ ਵਿੱਚ ਇਸ ਦਾ ਮਾਣ ਵਧਾਈਏ। ਕਵਿਤਾ ਨੂੰ ਅਸੀਂ ਪੰਜਾਬੀ ਬੋਲੀ ਵਿੱਚ ਗਾਈਏ ਅਤੇ ਅਸੀਂ ਇਸ ਦਾ ਇਸ ਦੁਨੀਆ ਵਿੱਚ ਸਤਿਕਾਰ ਵਧਾਈਏ। ਸੋ ਪਿਆਰੇ ਬੱਚਿਓ, ਇਹ ਸੀ ਕਵਿਤਾ ਮਾਂ ਬੋਲੀ। ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਇਸ ਨੂੰ ਚੰਗੀ ਤਰ੍ਹਾਂ ਸੁਣਿਆ ਹੈ, ਸਮਝਿਆ ਹੈ। ਹੁਣ ਤੁਸੀਂ ਇਸ ਨੂੰ ਬੋਲ ਕੇ ਦੇਖਣਾ ਹੈ ਅਤੇ ਤੁਸੀਂ ਵੀ ਸਮਝਣਾ ਹੈ। ਇਸ ਦਾ ਭਾਵ, ਪੂਰੀ ਕਵਿਤਾ ਦਾ ਕੇਂਦਰੀ ਭਾਵ ਕੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਹ ਸਤਿਕਾਰ ਕਰਨਾ ਸਾਡਾ ਫਰਜ਼ ਵੀ ਹੈ, ਕਰਤੱਵ ਵੀ ਹੈ। ਪੰਜਾਬੀਆਂ ਦੀ ਮਾਂ ਬੋਲੀ ਜੋ ਹੈ ਉਹ ਪੰਜਾਬੀ ਹੈ, ਜੋ ਕਿ ਬਹੁਤ ਹੀ ਮਿੱਠੀ ਅਤੇ ਪਿਆਰੀ ਬੋਲੀ ਹੈ। ਪਰ ਇਹ ਮਿੱਠੀ ਅਤੇ ਪਿਆਰੀ ਬੋਲੀ ਕਦੋਂ ਤੱਕ ਹੈ? ਜਦੋਂ ਤੱਕ ਅਸੀਂ ਇਸ ਦਾ ਸਦਉਪਯੋਗ ਕਰਦੇ ਹਾਂ, ਦੁਰਉਪਯੋਗ ਨਹੀਂ ਕਰਦੇ। ਸਾਨੂੰ ਇਸ ਦੇ ਜਿਹੜੇ ਸ਼ਬਦ ਨੇ ਉਹਨਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਸਾਨੂੰ ਹਮੇਸ਼ਾ ਵਧੀਆ ਮਿੱਠੀ ਬੋਲੀ ਹੀ ਬੋਲਣੀ ਚਾਹੀਦੀ ਹੈ, ਜੋ ਕਿ ਸਾਡਾ ਸਾਰਿਆਂ ਦਾ ਇੱਕ ਦੂਸਰੇ ਨਾਲ ਪਿਆਰ ਵਧਾਉਂਦੀ ਹੈ। ਸੋ ਵਿਦਿਆਰਥੀਓ, ਇਸ ਤੋਂ ਬਾਅਦ ਤੁਸੀਂ ਹੁਣ ਆਪਣੇ ਅਭਿਆਸ ਕਰੋਗੇ। ਥੈਂਕ ਯੂ।